जाको रखे साइयाँ मार सके ना कोई, ये कहावत हमने बड़े बुजुर्गों से कई बार सुनी है, लेकिन ईश्वर कब ऐसी कहावतों को सच्चाई में बदल देता है ये कोई नहीं कह सकता। बीती रात सिविल अस्पताल पठानकोट में भी ऐसी एक कहावत चमत्कार के माध्यम से मूर्त रूप में आ गई। एक महिला जो गर्भवती थी डिलीवरी के लिए सिविल अस्पताल पठानकोट में आई। अस्पताल के स्टाफ की ओर से उसे दाखिल करने से मना कर दिया। उन्होंने उसे अन्यत्र रेफर कर दिया। महिला की हालत ऐसी थी कि ना तो वो कहीं सफ़र करके जा सकती थी और ना ही उसकी जेब उसे इजाज़त दे रही थी कि वो निजी अस्पतालों में जाकर अपना इलाज करवाए। लिहाजा बिगड़ती हालत के चलते महिला ने सिविल अस्पताल पठानकोट के कॉरिडोर में ही बेटी को जन्म दे दिया। उसके बाद अस्पताल स्टाफ की ओर से उन्हें संभाला गया और सुबह वो छुट्टी लेकर घर चले गए। माँ और बेटी दोनों स्वस्थ हैं। इस संबंध में जब SMO डॉक्टर सुनील सिंह से बात की गई तो उन्होंने कहा कि हमने उनको टेस्ट करवाने के लिए कहा था, क्योंकि पिछले 9 महीने के समय सीमा में उनका एक भी टेस्ट नहीं हुआ था और स्टाफ की ओर से उन्हें वो टेस्ट करवाने को कहा था जो बिल्कुल फ्री हैं। लेकिन परिवार की ओर से स्टाफ के साथ अभद्र व्यवहार होने लगा। नतीजा ये रहा कि इससे पहले कि वो यहाँ दाखिल हो पाती उन्होंने एक बच्ची को जन्म दे दिया। गौरतलब है कि हमेशा ही सिविल अस्पताल पठानकोट के स्टाफ के साथ मरीज आते हैं, अभद्र व्यवहार करते हैं, लेकिन ये बेचारे तो हमेशा ही सेवा के लिए ही बने हैं और बने रहेंगे। नतीजा ये है कि ये अपना गुस्सा मरीजों को दाखिल ना करके और इलाज ना करके निकालते हैं, तो सही बात नहीं। मेरा नाम जंग बहादुर है जी। कितने रहंदे पठानकोट? पिपला मल्ले। ते की गलबात हुई सारी राती हॉस्पिटल गए ਅਸੀਂ जी। ਤੇ ਉਹਨਾਂ ਨੇ ਕੋਈ ਕੇਅਰ ਨਹੀਂ ਕੀਤੀ। ਉਹ ਮੁੰਡਾ ਵੀ ਸਭ ਕਹਿ ਰਿਹਾ ਸੀ ਜਾਓ ਇੱਥੋਂ ਦਫਾ ਹੋ, ਗੱਲਾਂ ਕਰ ਰਹੇ ਸੀ ਵੀ ਨਿਕਲੋ ਇੱਥੋਂ, ਤੁਸੀਂ ਇਹ ਕੀਤਾ ਉਹ ਕੀਤਾ। ਮੈਂ ਉਹਨੂੰ ਸਮਝਾਇਆ, ਕੁੜੀ ਬਾਹਰ ਹੀ ਹੋ ਗਈ। ਕਿੰਨੇ ਵਜੇ ਦੀ ਗੱਲ ਰਾਤ ਨੂੰ? ਇਹ ਕੋਈ 2 ਵਜੇ ਦੀ ਗੱਲ ਹੈ। ਤੇ ਡਾਕਟਰ ਕੋਈ ਸੀਗਾ? ਕੋਈ ਜਿਹੜੇ ਆਏ ਸੀ ਇਹਨਾਂ ਦਰਵਾਜ਼ੇ ਬੰਦ ਕਰਤੇ ਸੀ ਦੋਨਾਂ ਨੇ। ਇੱਕ ਕੁੜੀ ਸੀ ਇੱਕ ਮੁੰਡਾ ਸੀ। ਜਿੱਲੇ ਇਹ ਗੱਲ ਹੋਈ ਇਹਨਾਂ ਅੰਮ੍ਰਿਤਸਰ ਰੈਫਰ ਕੀਤਾ। ਮੈਂ ਉਹਨਾਂ ਨੂੰ ਕਿਹਾ ਵੀ ਮੈਂ ਨਹੀਂ ਜਾ ਸਕਦਾ ਤੇ ਉਹਨਾਂ ਰੈਫਰ ਕਰਤਾ ਤਾਂ ਕਹਿੰਦਾ ਨਹੀਂ ਤਾਂ ਮੈਂ ਪੁਲਿਸ ਬੁਲਾਵਾਂਗਾ, ਇਹ ਕਰਾਂਗਾ। ਕਿਹਨੇ ਕੀ ਗੱਲ ਹੈ? ਉਹ ਮੁੰਡੇ ਨੇ ਕਹਿੰਦਾ ਪੁਲਿਸ ਬੁਲਾਵਾਂਗਾ, ਜਾ ਇੱਥੋਂ ਚੱਲ ਜਾ। ਇਹ ਰੈਫਰ ਵੀ ਕੀਤਾ। ਮੈਂ ਨਹੀਂ ਜਾ ਸਕਦਾ। ਉਹ ਮੁੰਡਾ ਵੀ ਐਂਬੂਲੈਂਸ ਵਾਲਾ ਕਹਿ ਕੇ ਗਿਆ, ਉਹਨੂੰ ਸਮਝਾ ਕੇ ਗਿਆ ਵੀ ਗਰੀਬ ਬੰਦਾ ਦੀ ਮਦਦ ਕਰ। ਉਹਨੇ ਮੰਨੀ ਨਹੀਂ। ਫਿਰ ਕੁੜੀ ਕਹਿੰਦੀ ਮੈਨੂੰ ਲਾਸਟ ਬਲੱਡ ਲੈ ਕੇ ਆ। ਮੈਂ ਕੋਈ ਗਰੁੱਪ ਦੇ ਦਿਓ ਇਹਦਾ। ਕਹਿੰਦੀ ਕੋਈ ਗਰੁੱਪ ਨਹੀਂ ਹੈਗੇ ਜਿਨ੍ਹਾਂ ਨਾਲ ਗੱਲ ਕੀਤੀ ਹੈ ਉਹਨਾਂ ਨੂੰ ਕਹੋ ਲੈ ਕੇ ਆਏ। ਫਿਰ ਮੈਂ ਉਹਨੂੰ ਕਿਹਾ ਵੀ ਮੈਨੂੰ ਗਰੁੱਪ ਦਾ ਦੇ ਵੀ ਕਿਹੜਾ ਲਿਆਉਣਾ ਕਿਹੜਾ ਨਹੀਂ ਲਿਆਉਣਾ ਹੈ। ਕਹਿੰਦੀ ਮੈਨੂੰ ਨਹੀਂ ਪਤਾ ਹੈ, ਜਿੱਦਾਂ ਤੁਸੀਂ ਗੱਲ ਕੀਤੀ ਹੈ ਉੱਦਾਂ ਹੀ ਗੱਲ ਕਰੋ। ਉਹਨੇ ਮੁੰਡੇ ਨਾਲ ਵੀ ਗੱਲ ਕੀਤੀ, ਕਹਿੰਦਾ ਗੱਲ ਕਰ। ਕਹਿੰਦੀ ਮੈਂ ਨਹੀਂ ਕਰਨੀ ਕਿਸੇ ਨਾਲ ਵੀ ਗੱਲ। ਕੁੜੀ ਉਹ ਕਹਿੰਦੀ ਮੈਂ ਕਿਸੇ ਨਾਲ ਨਹੀਂ ਗੱਲ ਕਰਨੀ। ਫਿਰ ਲੋਅਰ ਸਪੀਕਰ ਕਰਕੇ ਮੁੰਡੇ ਨਾਲ ਗੱਲ ਕੀਤੀ, ਫਿਰ ਵੀ ਨਹੀਂ ਉਹਨੂੰ ਮੰਨੀ। ਫਿਰ ਮੈਂ ਆਟੋ ਲਿਆ ਅਤੇ 3:30 ਵਜੇ ਘਰ ਆ ਗਿਆ। ਡਿਲੀਵਰੀ ਹੋ ਗਈ ਸੀ ਉੱਥੇ ਹੀ? ਹਾਂ, ਡਿਲੀਵਰੀ ਬਾਹਰ ਹੋਈ ਸੀ ਫਰਸ਼ ਦੇ ਉੱਤੇ? ਹਾਂ। ਠੀਕ ਹੈ। ਤੇ ਉਸ ਡਿਲੀਵਰੀ ਤੋਂ ਬਾਅਦ ਕੋਈ ਆਇਆ ਬੱਚੇ ਨੂੰ ਤੇ ਉਹਦੀ ਮਾਤਾ ਨੂੰ ਸਾਂਭਣ ਵਾਸਤੇ? ਕੋਈ ਨਹੀਂ ਆਇਆ। ਇੱਕ ਉਹ ਜਿਹੜੀ ਪੋਚਾ ਮਾਰਨ ਵਾਲੀ ਉਹ ਆਈ ਸੀ, ਉਹਨੇ ਕੁੜੀ ਅੰਦਰ ਲੇਤੀ ਸੀ ਚੁੱਕ ਕੇ। ਤੇ ਡਾਕਟਰਾਂ ਨੇ ਕੋਈ ਦਵਾਈ ਜਾਂ ਕੋਈ ਕੁਛ ਨਹੀਂ ਦਿੱਤਾ। ਇੱਕ ਗਲੂਕੋਸ ਚੜਾਇਆ ਸੀ ਬਸ, ਉਹਦੇ ਬਗੈਰ ਇਦਾਂ ਤੜਫਦੇ ਰਹੇ ਸੀ। ਤਾਂ ਮੈਂ ਕਿਹਾ ਹੁਣ ਤੜਫਦੇ ਹੁਣ ਘਰ ਚਲੋ। ਹਾਂਜੀ, ਮੈਂ ਗਰੀਬ ਬੰਦਾ ਹੋਣੇ ਕਾਰਨ ਹੌਸਪੀਟਲ ਗਿਆ ਸੀ, ਪਰ ਇਹਨਾਂ ਨੇ ਕੋਈ ਕੇਅਰ ਨਹੀਂ ਕੀਤੀ ਹੈ। ਸਗੋਂ ਨਾਲੇ ਗੱਲਾਂ ਕਰਕੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਹੌਸਪੀਟਲ ਵਾਲੇ ਨਹੀਂ ਚੱਲਣਗੇ ਤਾਂ ਫਿਰ ਕਿੱਥੇ ਜਾਣਗੇ ਗਰੀਬ। ਸਰ ਰਾਤੀ ਮੈਂ ਆਪਣੇ ਭਤੀਜੇ ਨੂੰ ਮਿਲਣ ਆਇਆ ਸੀ। ਉਹਦੇ ਘਰ ਬੇਟੀ ਹੋਈ ਦੀ ਤੇ ਉਹਦਾ ਮੈਨੂੰ ਫੋਨ ਆਇਆ ਕਿ ਚਾਚੂ ਮੇਰੇ ਘਰ ਬੇਟੀ ਹੋਈ ਹੈ। ਤੇ ਬੜੀ ਖੁਸ਼ੀ ਦੀ ਗੱਲ, ਉਹਦੇ ਘਰ ਬੇਟੀ ਹੋਈ ਤੇ ਮੈਂ ਉਹਨੂੰ ਮਿਲਣ ਆਇਆ। ਨਾ ਤਾਂ ਉਹਨਾਂ ਨੂੰ ਮੈਂ ਇੱਕ ਲੇਡੀ ਦੇਖੀ, ਉਹ ਨੀਚੇ ਹੀ ਫਰਸ਼ 'ਤੇ ਹੀ ਪਏ ਦੇ ਤੇ ਮੈਂ ਉਹਨੂੰ ਦੇਖਿਆ ਉਹ ਦਰਦ ਨਾਲ ਬਹੁਤ ਤੜਫ ਰਹੇ ਸੀ। ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਸ਼ਾਇਦ ਬੜਾ ਉਹਨਾਂ ਨੂੰ ਪੁੱਛਿਆ ਕਿ ਕੀ ਹੋਇਆ, ਕੀ ਗੱਲ ਹੋਈ ਹੈ। ਕਹਿੰਦੇ ਇੱਦਾਂ ਡਿਲੀਵਰੀ ਕੇਸ ਹੈ ਅਤੇ ਉਹ ਅਸੀਂ ਕਰਾਉਣਾ ਹੈਗਾ। ਅੰਦਰ ਉਹ ਮੈਡਮ ਨੂੰ ਬਾਰ-ਬਾਰ ਪੁੱਛ ਰਹੇ, ਉਹਨਾਂ ਨੂੰ ਧੱਕੇ ਮਾਰੇ ਉਹਨਾਂ ਨੇ 3-4 ਵਾਰੀ। ਮੁੰਡੇ ਮੈਡਮਾਂ ਨੇ ਕਿਹਾ ਉਹਨਾਂ ਨੂੰ ਕਿ ਇੱਦਾਂ ਤੁਸੀਂ ਇੱਥੇ ਨਹੀਂ ਹੋਣਾ, ਤੁਸੀਂ ਅੰਮ੍ਰਿਤਸਰ ਲੈ ਜਾਓ। SMO ਸਾਹਮਣੇ ਉਹਨਾਂ ਦੀ ਕੋਈ ਗੱਲ ਹੋਈ ਹੈ। ਮੈਡਮ ਕਹਿੰਦੇ ਜੀ SMO ਸਾਹਮਣੇ ਮਨਾ ਕੀਤਾ, ਇਸ ਕਰਕੇ ਅਸੀਂ ਨਹੀਂ ਲੈਣਾ ਇਹਨਾਂ ਨੂੰ, ਤੁਸੀਂ ਹੋਰ ਕਿਤੇ ਲੈ ਜਾਓ। ਉਹਨਾਂ ਨੇ 108 ਵਾਲਿਆਂ ਨੂੰ ਵੀ ਫੋਨ ਕੀਤਾ ਹੋਣਾ, ਪਰ ਉਹਨਾਂ ਦੀ ਕੋਈ ਕਿਤੇ ਰਾਹ ਨਹੀਂ ਚੱਲੀ। ਜਿੰਨੀ ਦੇਰ ਗੱਲਾਂ ਕਰਦੇ ਰਹੇ ਉਨੀ ਦੇਰ 'ਚ ਬੱਚਾ ਡਿਲੀਵਰ ਹੋ ਗਿਆ, ਉੱਥੇ ਹੀ ਹੋ ਗਿਆ, ਜਿੱਥੇ ਪੇਦੇ ਹੀ ਉੱਥੇ ਡਿਲੀਵਰ ਹੋ ਗਿਆ। ਮੈਂ ਤਰਲੇ ਮਾਰਦਾ ਰਿਹਾ ਉਹਨਾਂ ਦੇ ਕਿ ਮੈਡਮ ਸਰ ਨਾ ਮੈਡਮ ਨੇ ਕਿਸੇ ਨੇ ਸੁਣੀ, ਨਾ ਕਿਸੇ ਨੇ ਸਰ ਨੇ ਸੁਣੀ। ਤੇ ਬਸ ਉਹ ਕਰਦੇ ਕਰਾਉਂਦੇ ਬਸ ਉਹ ਇਹੀ ਚੱਕਰ ਹੋ ਗਿਆ। ਅਸੀਂ ਇਹੀ ਚਾਹੁੰਦੇ ਹਾਂ ਕਿ ਅੱਗੇ ਤੋਂ ਇਹੋ ਜਿਹਾ ਕਰਮ ਨਾ ਹੋਏ, ਕਿ ਕਿਸੇ ਨਾਲ ਵੀ ਹੋ, ਸਾਡੇ ਨਾਲ ਵੀ ਹੋ ਸਕਦਾ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਜੋ ਵੀ ਹੋਏ ਤੇ ਸਹੀ ਸਲਾਮਤ ਹੋਏ। ਇੱਦਾਂ ਦੇ ਕੇਸ ਹੋਰ ਵੀ ਬੜੇ ਆਉਂਦੇ ਆ ਤੇ ਅਸੀਂ ਚਾਹੁੰਦੇ ਹਾਂ ਕਿ ਚਲੋ ਜੇ ਸਿਵਲ ਹਸਪੀਟਲ ਹੈਗਾ ਤੇ ਸਾਥ ਦੇਣਾ ਚਾਹੀਦਾ ਸਾਰਿਆਂ ਨੂੰ। ਮੈਂ ਇਹੀ ਕਹਿਣਾ ਚਾਹੁੰਦਾ ਜੀ।
ਬੀਤੀ ਰਾਤ ਵਿੱਚ 11:30 ਵਜੇ ਲਗਭਗ ਇੱਕ ਜਿਹੜਾ ਪ੍ਰਵਾਸੀ ਮਜ਼ਦੂਰ ਇੱਕ ਪੇਸ਼ੈਂਟ ਆਇਆ ਹੈਗਾ ਆ, ਜਿਹੜਾ ਫੁੱਲ ਟਰਮ ਪ੍ਰੈਗਨੈਂਸੀ ਸੀ। ਉਸ ਮਰੀਜ਼ ਦੀ ਫੁੱਲ ਟਰਮ ਪ੍ਰੈਗਨੈਂਸੀ ਹੋਣ ਦੇ ਬਾਵਜੂਦ ਵੀ ਉਹਦਾ ਨਾ ਤੇ ਕੋਈ ਟੈਸਟ ਹੋਇਆ ਸੀਗਾ ਤੇ ਨਾ ਹੀ ਕੋਈ ਅਲਟਰਾਸਾਊਂਡ ਹੋਇਆ ਸੀਗਾ। ਉਹਨੂੰ ਜਿਹੜੀ ਲੈਬ ਨਾਲ ਸਾਡਾ ਕਰਾਰ ਹੋਇਆ ਹੈ ਕਿ ਜਿਹਦੇ ਵਿੱਚ ਅਸੀਂ ਜੱਚਾ ਬੱਚਾ ਦੇ ਫ੍ਰੀ ਟੈਸਟ ਕਰਵਾਉਣੇ ਹੈਗੇ ਆ, ਅਸੀਂ ਉਹਨਾਂ ਨੂੰ ਟੈਸਟ ਕਰਵਾਉਣ ਲਈ ਉੱਥੇ ਭੇਜਿਆ ਤੇ ਉਹਨਾਂ ਨੇ ਇਨਕਾਰ ਕਰ ਦਿੱਤਾ। ਤੇ ਜਿਹੜਾ ਉਹਨਾਂ ਦਾ ਜਿਹੜਾ ਨਾਲ ਜਿਹੜੇ ਬੰਦੇ ਸੀਗੇ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਬਹੁਤ ਜ਼ਿਆਦਾ, ਤੇ ਸਾਡੇ ਸਟਾਫ ਨਾਲ ਦੁਰਵਿਵਹਾਰ ਵੀ ਕਰ ਰਹੇ ਸੀਗੇ। ਫਿਰ ਵੀ ਉਹਨਾਂ ਨੂੰ ਵਾਰ-ਵਾਰ ਕਿਹਾ ਕਿ ਟੈਸਟ ਕਰਵਾ ਲਓ ਤੁਸੀਂ, ਇਹ ਬਹੁਤ ਜ਼ਰੂਰੀ ਹੈਗਾ, ਪਰ ਉਹਨਾਂ ਨੇ ਟੈਸਟ ਕਰਵਾਉਣ ਤੋਂ ਮਨਾ ਕਰ ਦਿੱਤਾ ਤੇ ਆਪਣੇ ਪੇਸ਼ੈਂਟ ਨੂੰ ਬਾਹਰ ਲੈ ਗਏ। ਜਿਵੇਂ ਉਹ ਬਾਹਰ ਲੈ ਕੇ ਗਏ ਹੈਗੇ ਤੇ ਪੇਸ਼ੈਂਟ ਨੇ ਜਿਹੜੀ ਡਿਲੀਵਰੀ ਹੈਗੀ ਆ ਉਹ ਸਾਡੇ ਹਸਪੀਟਲ ਦੇ ਅੰਦਰ ਹੀ ਕੋਰੀਡੋਰ ਵਿਖੇ ਹੋ ਗਈ। ਉਸ ਤੋਂ ਬਾਅਦ ਸਾਡੇ ਸਟਾਫ ਨੇ ਤੁਰੰਤ ਹੀ ਉਹਨਾਂ ਨੂੰ ਆਪਣੇ ਅੰਡਰ ਲਿਆ ਹੈਗਾ ਤੇ ਉਹਨਾਂ ਨੇ ਜੱਚਾ ਦੇ ਬੱਚਾ ਨੂੰ ਬਿਲਕੁਲ ਸੇਫ ਕੀਤਾ ਹੈਗਾ। ਪਰ ਜਿਹੜੇ ਉਹਨਾਂ ਦੇ ਤਿਮਾਰਦਾਰ ਸੀਗੇ, ਜਦੋਂ ਉਹਨਾਂ ਨੇ ਦੇਖਿਆ ਕਿ ਜੱਚਾ ਤੇ ਬੱਚਾ ਸਾਡੇ ਬਿਲਕੁਲ ਠੀਕ ਹੈਗੇ ਆ, ਉਹ ਚੁੱਪਚਾਪ ਸਵੇਰੇ 4:30 ਵਜੇ ਆਪਣੇ ਜੱਚਾ ਬੱਚਾ ਦੋਨਾਂ ਨੂੰ ਲੈ ਕੇ ਇੱਥੋਂ ਫਰਾਰ ਹੋ ਗਏ ਹੈਗੇ। ਅਸੀਂ ਉਹਨਾਂ ਦੇ ਰਿਕਾਰਡ ਵਿੱਚ ਅਸੀਂ ਲਾਮਾ ਦੀ ਪਾਈ ਹੈ, ਲੈਫਟ ਅਗੇਂਸਟ ਮੈਡੀਕਲ ਐਡਵਾਈਸ ਦੀ ਜਿਹੜੀ ਹੈਗੀ ਹੈ ਉਹ ਐਂਟਰੀ ਕੀਤੀ। ਸਟਾਫ ਦੀ ਇਹਦੇ ਵਿੱਚ ਕੋਈ ਗਲਤੀ ਨਹੀਂ ਹੈ। ਤੁਸੀਂ ਆਪ ਸਮਝਦਾਰ ਹੋ ਕਿ ਜੇ 9 ਮਹੀਨੇ ਦੀ ਪ੍ਰੈਗਨੈਂਸੀ ਹੋਈ ਹੈਗੀ ਹੈ ਤੇ ਪੇਸ਼ੈਂਟ ਨੇ ਇੱਕ ਵੀ ਟੈਸਟ ਨਹੀਂ ਕਰਵਾਇਆ ਹੈ, ਇੱਕ ਵੀ ਅਲਟਰਾਸਾਊਂਡ ਨਹੀਂ ਕਰਵਾਇਆ ਹੈ, ਤੇ ਇਹਦੇ ਵਿੱਚ ਸਟਾਫ ਨੇ ਫਿਰ ਵੀ ਉਹਨਾਂ ਦੀ ਜਿਹੜੀ ਹੈਗੀ ਹੈ ਡਿਲੀਵਰੀ ਕੀਤੀ ਹੈਗੀ, ਉਹਨਾਂ ਦੀ ਹੈਲਪ ਕੀਤੀ ਹੈਗੀ ਹੈ। ਜੱਚਾ ਬੱਚਾ ਉਹਨਾਂ ਨੂੰ ਸੰਭਾਲਿਆ ਹੈਗਾ ਤੇ ਜਦੋਂ ਉਹਨਾਂ ਨੇ ਸੰਭਾਲ ਦੇਖਿਆ ਕਿ ਸਾਡਾ ਜੱਚਾ ਬੱਚਾ ਬਿਲਕੁਲ ਠੀਕ ਹੈ ਤਾਂ ਬਗੈਰ ਕਿਸੇ ਨੂੰ ਦੱਸੇ ਇਸ ਹਸਪੀਟਲ ਤੋਂ ਛੱਡ ਕੇ ਰਫਤਾਰ ਹੋ ਗਏ। ਸਰ ਪੇਸ਼ੈਂਟ ਦਾ ਸਾਡੇ ਅਸੀਂ ਇੱਕ ਲੈਬ ਨਾਲ ਕਰਾਰ ਕੀਤਾ ਹੋਇਆ ਹੈਗਾ ਹੈ, ਜਿਹਦੇ ਵਿੱਚ ਜੱਚਾ ਬੱਚਾ ਦੇ ਟੈਸਟ ਜਿਹੜੇ ਹੈਗੇ ਆ ਉਹ ਫ੍ਰੀ ਹੁੰਦੇ ਆ। ਉੱਥੇ ਫ੍ਰੀ ਹੁੰਦੇ ਤਾਂ ਉਹਨਾਂ ਨੇ ਮਨਾ ਹੀ ਕਰ ਦਿੱਤਾ ਕਿ ਅਸੀਂ ਕੋਈ ਟੈਸਟ ਹੀ ਨਹੀਂ ਕਰਾਉਣਾ। ਫਰਸ਼ ਦੀ ਡਿਲੀਵਰੀ ਜਿਹੜੀ ਹੈਗੀ ਹੈ ਉਹ ਸਟਾਫ ਦੀ ਅਣਗਹਿਲੀ ਕਰਕੇ ਨਹੀਂ ਹੋਈ ਹੈਗੀ ਹੈ। ਉਹ ਜਿਹੜਾ ਪੇਸ਼ੈਂਟ ਜਿਹੜਾ ਨਾਲ ਸੀਗਾ ਉਹਦਾ ਜਿਹਨੇ ਸ਼ਰਾਬ ਪੀਤੀ ਹੋਈ ਸੀਗੀ, ਉਹ ਜ਼ਬਰਦਸਤੀ ਹੀ ਜਿਹੜਾ ਹੈ ਉਸ ਪੇਸ਼ੈਂਟ ਨੂੰ ਲੈ ਕੇ ਜਾ ਰਿਹਾ ਸੀ। ਜਿਹੜੇ ਸਾਰੇ ਡਾਕਟਰ ਸਾਹਿਬ ਜਿਹੜੇ ਸੀਗੇ ਉਹ ਬਿਲਕੁਲ ਕੋਆਪਰੇਟ ਕੀਤਾ ਹੈਗਾ ਉਹਨਾਂ ਨੇ। ਜਿਹੜਾ ਸਟਾਫ ਸੀਗਾ ਉਹ ਬਾਕੀ ਡਿਲੀਵਰੀ ਵੀ ਹੋਈਆਂ ਹੈਗੀਆਂ ਰਾਤ ਨੂੰ, ਜੇ ਬਾਕੀ ਡਿਲੀਵਰੀਆਂ ਹੋਈਆਂ ਹੈਗੀਆਂ ਤਾਂ ਇਸ ਡਿਲੀਵਰੀ 'ਚ ਕਰਨ 'ਚ ਵੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਸੀ। ਜਿਸ ਹਾਲਤ ਵਿੱਚ ਪੇਸ਼ੈਂਟ ਆਇਆ ਹੈਗਾ ਸੀਗਾ ਉਹਦਾ ਰੈਫਰਲ ਹੋਣਾ ਹੀ ਬਣਦਾ ਸੀਗਾ, ਕਿਉਂਕਿ ਉਹਦਾ ਕੋਈ ਵੀ ਟੈਸਟ ਨਹੀਂ ਸੀਗਾ। ਜਿਹੜਾ ਹੈਗਾ ਪੇਸ਼ੈਂਟ ਨੂੰ ਕੁਝ ਵੀ ਹੋ ਸਕਦਾ ਹੈਗਾ ਡਿਲੀਵਰੀ ਦੌਰਾਨ, ਪਰ ਜਿਹੜਾ ਸਾਡਾ ਸਟਾਫ ਸੀਗਾ ਉਹ ਚਾਕ ਚੌਬੰਦ ਸੀਗਾ, ਉਹਨੇ ਕਿਸ ਪੇਸ਼ੈਂਟ ਨੂੰ ਕੁਝ ਵੀ ਨਹੀਂ ਹੋਣ ਦਿੱਤਾ ਤੇ ਜੱਚਾ ਬੱਚਾ ਜਿਹੜੇ ਹੈਗੇ ਉਹ ਬਿਲਕੁਲ ਠੀਕ ਨੂੰ ਅਸੀਂ ਕਿਸੇ ਵੀ ਮੀਡੀਆ ਵਾਈਟ ਦੇਣ ਤੋਂ ਮਨਾ ਕੀਤਾ ਹੋਇਆ, ਕਿਸੇ ਵੀ ਕੈਮਰੇ ਤੇ ਉਗਾਉਣ ਨੂੰ ਮਨਾ ਕੀਤਾ ਹੋਇਆ। ਤੁਸੀਂ ਆਪ ਸਮਝਦਾਰ ਹੈਗੇ ਹੋ ਤੇ ਜੇ ਜੱਚਾ ਬੱਚਾ ਬਿਲਕੁਲ ਠੀਕ ਹੈਗੇ ਆ, ਪੇਸ਼ੈਂਟ ਜਿਹੜੇ ਸਾਡਾ ਸਟਾਫ ਔਨ ਡਿਊਟੀ ਹੈ ਉਹਨਾਂ ਨੇ ਕੁਝ ਕੀਤਾ ਹੋਏਗਾ ਤਾਂ ਹੀ ਠੀਕ ਹੈ। ਉਹਨਾਂ ਦੀ ਡਿਲੀਵਰੀ ਹੋਈ ਹੈਗੀ ਹੈ, ਉਹ ਡਿਲੀਵਰੀ ਹੋਣ ਵਾਲੀ ਜਗ੍ਹਾ ਨਹੀਂ ਹੈਗੀ ਹੈ। ਜਿਹੜਾ ਡਿਲੀਵਰੀ ਹੁੰਦੀ ਹੈਗੀ ਉਹ ਲੇਬਰ ਰੂਮ 'ਚ ਹੁੰਦੀ ਹੈਗੀ ਹੈ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਪੇਸ਼ੈਂਟ ਜਿਹੜਾ ਹੈ ਕੋਰੀਡੋਰ 'ਚ ਹੈਗਾ ਹੈ ਤੇ ਉਹਨਾਂ ਨੇ ਤੁਰੰਤ ਹੀ ਪੇਸ਼ੈਂਟ ਨੂੰ ਜਿਹੜਾ ਹੈਗਾ ਉਹ ਲੇਬਰ ਰੂਮ 'ਚ ਸ਼ਿਫਟ ਕਰ ਲਿਆ। Education embraces not only facts but also values. It inculcates such good practices which may reveal our qualities and perfections in every sphere of life. We, as a part of A&M Institute, empower knowledge with practical approach. Students can accumulate knowledge and information from wide range of books, journals available in the library. We also nurture the skills of our future managers by the use of well-equipped and furnished laboratories. A&M Group of Institutes endeavors to impart such value-based education to our students. We welcome you all to A&M Group of Institutes, Pathankot.